ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਵਿਸ਼ਵ ਪ੍ਰਸਿੱਧ ਅੰਗਰੇਜ਼ੀ ਰੋਮਾਂਟਿਕ ਕਵੀ ਜਾਹਨ ਕੀਟਸ 26 ਸਾਲ ਦੀ ਉਮਰ ਵਿੱਚ ਵਿਸ਼ਵ ਭਰ ਵਿੱਚ ਪ੍ਰਸਿੱਧ ਹੋ ਕੇ ਤਪਦਿਕ ਦੇ ਰੋਗ ਨਾਲ ਮਰ ਵੀ ਗਿਆ ਸੀ। ਜਦੋਂ ਉਹ 8 ਸਾਲ ਦਾ ਸੀ ਤਾਂ ਪਿਤਾ ਘੋੜਸਵਾਰੀ ਕਰਦਿਆਂ ਡਿੱਗ ਕੇ ਮਰ ਗਿਆ ਸੀ। ਪਤੀ ਦਾ ਵਿਛੋੜਾ ਨਾ ਬਰਦਾਸ਼ਤ ਕਰਦੀ ਕੀਟਸ ਦੀ ਮਾਂ 7 ਸਾਲ ਮਗਰੋਂ ਮਰ ਗਈ ਅਤੇ 2 ਪੁੱਤਰ ਅਤੇ ਇੱਕ ਧੀ ਯਤੀਮ ਛੱਡ ਗਈ। ਜਿਸ ਸਹੇਲੀ ਨੂੰ ਮਾਂ ਨੇ ਬੱਚਿਆਂ ਦੀ ਜ਼ਿੰਮੇਵਾਰੀ ਸੌਂਪੀ ਸੀ, ਉਸਨੇ ਕੀਟਸ ਨੂੰ ਸਕੂਲ ਵਿੱਚੋਂ ਹਟਾ ਕੇ ਇੱਕ ਡਾਕਟਰ ਦਾ ਕੰਪਾਊਂਡਰ ਲਵਾ ਦਿੱਤਾ ਤਾਂ ਕਿ ਭੈਣ ਭਰਾਵਾਂ ਦਾ ਗੁਜ਼ਾਰਾ ਹੋ ਸਕੇ। ਕੀਟਸ ਨੂੰ ਪੜ੍ਹਨ ਦਾ ਸ਼ੌਂਕ ਸੀ। ਸਕੂਲ ਦੌਰਾਨ ਜਦੋਂ ਵਕਤ ਮਿਲਦਾ ਉਹ ਸਕੂਲ ਦੀ ਲਾਇਬ੍ਰੇਰੀ ਵਿੱਚ ਬਹਿ ਕੇ ਪੁਸਤਕਾਂ ਪੜ੍ਹਦਾ ਸੀ। ਕਵਿਤਾ ਚੰਗੀ ਲੱਗਦੀ ਸੀ। ਉਸਨੇ ਸਾਰੇ ਪ੍ਰਸਿੱਧ ਕਵੀਆਂ ਨੂੰ ਪੜ੍ਹਿਆ ਅਤੇ ਆਪ ਵੀ ਕਵਿਤਾ ਲਿਖਣ ਲੱਗ ਪਿਆ। ਕੋਈ ਸਲਾਹਕਾਰ ਮਾਰਗਦਰਸ਼ਕ ਨਹੀਂ ਸੀ। ਤਪਦਿਕ ਦੇ ਰੋਗ ਨੇ ਉਸਦੀ ਅਨੁਭਵ ਅਤੇ ਮਹਿਸੂਸ ਕਰਨ ਦੀ ਸ਼ਿੱਦਤ ਵਧਾ ਦਿੱਤੀ ਸੀ। ਉਸਦੀ ਵੇਦਨਾ ਨੇ ਉਸਦੀਆਂ ਕਵਿਤਾਵਾਂ ਵਿੱਚ ਦਰਦ ਵਧਾ ਦਿੱਤਾ, ਡੂੰਘਾਈ ਲੈ ਆਂਦੀ। 26 ਸਾਲ ਦੀ ਉਮਰ ਵਿੱਚ ਉਹ ਮਿਸਾਲ ਵਾਂਗ ਬਲ ਕੇ ਬੁੱਝ ਗਿਆ। ਕਾਰਬੂਜ਼ੀਅਰ ਭਵਨ ਨਿਰਮਾਣਕਾਰ ਸੀ। ਹੈ ਉਹ ਫਰਾਂਸ ਦਾ ਸੀ, ਪਰ ਪ੍ਰਸਿੱਧ ਉਹ ਸਾਰੇ ਸੰਸਾਰ ਵਿੱਚ ਹੋਇਆ। ਉਸਨੇ ਸੰਸਾਰ ਭਰ ਵਿੱਚ 50 ਤੋਂ ਵਧੇਰੇ ਇਮਾਰਤਾਂ ਅਤੇ ਸ਼ਹਿਰਾਂ ਦੀ ਵਿਉਂਤਬੰਦੀ ਕੀਤੀ। ਉਹ ਨਕਸ਼ਿਆਂ ਦਾ ਮਾਹਿਰ ਸੀ, ਜਿਓਮੈਟਰੀ ਦਾ ਉਸਤਾਦ ਸੀ। ਨਹਿਰੂ ਨੇ ਉਸਨੂੰ ਚੰਡੀਗੜ੍ਹ ਉਸਾਰਨ ਦੀ ਜ਼ਿੰਮੇਵਾਰੀ ਸੌਂਪੀ, ਜਿੱਥੇ ਕਾਰਬੂਜ਼ੀਅਰ ਨੇ ਕਈ ਪ੍ਰਯੋਗ ਕੀਤੇ ਅਤੇ ਆਪਣੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਇਆ। ਭਾਰਤ ਦਾ ਇੱਕਮਾਤਰ ਆਧੁਨਿਕ ਸ਼ਹਿਰ ਚੰਡੀਗੜ੍ਹ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਇਮਾਰਤ ਕਾਰਬੂਜ਼ੀਅਰ ਦੀ ਉਸਾਰੀ ਹੋਈ ਹੈ। ਵਿਗਿਆਨਕ ਪਹੁੰਚ ਸਿਰਜਣਾਤਮਕ ਹੁੰਦੀ ਹੈ। ਵਿਗਿਆਨ ਦਾ ਉਦੇਸ਼ ਗਿਆਨ ਇਕੱਤਰ ਕਰਨਾ ਨਹੀਂ, ਸਮੱਸਿਆਵਾਂ ਸੁਲਝਾਉਣਾ ਹੈ। ਧਰਮ ਨਾਲੋਂ ਇਹ ਵਖਰੇਵਾਂ ਵਿਗਿਆਨ ਦੀ ਚੜ੍ਹਤ ਦਾ ਕਾਰਨ ਬਣਿਆ ਹੈ। ਵਿਗਿਆਨ ਵਿੱਚ ਜਦੋਂ ਕੁਝ ਨਵਾਂ ਕੀਤਾ ਜਾਂਦਾ ਹੈ ਤਾਂ ਸਾਰਾ ਸੰਸਾਰ ਧਿਆਨ ਦਿੰਦਾ ਹੈ। ਹਫਰੀ ਡੇਵੀ ਰਸਾਇਣ ਵਿਗਿਆਨੀ ਸੀ। ਉਹ ਨਵੇਂ ਅਤੇ ਖਤਰਨਾਕ ਸਮਝੇ ਜਾਂਦੇ ਪ੍ਰਯੋਗ ਕਰਦਾ ਰਹਿੰਦਾ ਸੀ। ਉਸਦੀ ਪ੍ਰਯੋਗਸ਼ਾਲਾ ਵਿੱਚ ਕਈ ਧਮਾਕੇ ਹੋ ਚੁੱਕੇ ਸਨ। ਇੱਕ ਧਮਾਕੇ ਵਿੱਚ ਉਸਦੀ ਨਜ਼ਰ ਵੀ ਜਾਂਦੀ ਰਹੀ। ਉਸਦੇ ਇਹਨਾਂ ਪ੍ਰਯੋਗਾਂ ਕਾਰਨ ਉਸਨੂੰ ਰਸਾਇਣ ਵਿਗਿਆਨ ਦਾ ਨਿਰਭੈ ਯੋਧਾ ਕਿਹਾ ਜਾਂਦਾ ਹੈ। ਸੋਹਣੀਆਂ ਇਸਤਰੀਆਂ ਬਹੁਤੇ ਸਾਊ ਐਨਕਾਂ ਵਾਲੇ ਸ਼ਾਂਤ ਸੁਭਾਅ ਵਾਲੇ ਪੁਰਸ਼ਾਂ ਨੂੰ ਅਕਸਰ ਪਸੰਦ ਨਹੀਂ ਕਰਦੀਆਂ, ਕਿਉਂਕਿ ਅਜਿਹੇ ਪਤੀਆਂ ਨੂੰ ਅਕਸਰ ਬੱਚਿਆਂ ਵਾਂਗ ਪਾਲਣਾ ਪੈਂਦਾ ਹੈ। ਇਹਨਾਂ ਵਿੱਚ ਜ਼ਿੰਦਗੀ ਦੀਆਂ ਚੁਣੌਤੀਆਂ, ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨ ਦੀ ਅਕਸਰ ਹਿੰਮਤ ਨਹੀਂ ਹੁੰਦੀ। ਸੋਹਣੀਆਂ ਇਸਤਰੀਆਂ ਉਹਨਾਂ ਅਣਖੀਲੇ, ਜੁਝਾਰੂ ਅਤੇ ਉਦਮੀ ਪੁਰਸ਼ਾਂ ਨੂੰ ਪਸੰਦ ਕਰਦੀਆਂ ਹਨ ਜਿਨ੍ਹਾਂ ਨਾਲ ਉਹਨਾਂ ਦਾ ਉਦਲਣ ਨੂੰ ਮਨ ਕਰੇ। ਪੁਸਤਕ ਦੀ ਭੂਮਿਕਾ ਦੇ ਅੰਤਲੇ ਪੈਰੇ ਵਿੱਚ ਲੇਖਕ ਨੇ ਪਤਨੀ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਇਸ ਪੁਸਤਕ ਦੇ ਨਿਰਮਾਣ ਦੌਰਾਨ ਉਸ ਨੇ ਲੇਖਕ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਰੱਖਿਆ। ਪੜ੍ਹ ਕੇ ਪਤਨੀ ਨੇ ਕਿਹਾ, ਲਿਖਣਾ ਚਾਹੀਦਾ ਸੀ ਕਿ ਪਤਨੀ ਨੇ ਇਸ ਲਈ ਮੁਕਤ ਰੱਖਿਆ ਕਿਉਂਕਿ ਉਸ ਨੇ ਲੇਖਕ ਨੂੰ ਕਿਸੇ ਜ਼ਿੰਮੇਵਾਰੀ ਦੇ ਯੋਗ ਨਹੀਂ ਸਮਝਿਆ। ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਵਾਨਾਂ ਨੂੰ ਪੜ੍ਹਾਉਣ ਅਤੇ ਉਹਨਾਂ ਵਿੱਚ ਵਿਚਰਨ ਕਰਕੇ ਜਵਾਨ ਰਹਿੰਦੇ ਹਨ, ਪਰ ਇਸ ਤਸਵੀਰ ਦਾ ਦੂਜਾ ਪਾਸਾ ਵੀ ਹੈ। ਪ੍ਰੋਫੈਸਰ ਜਵਾਨ ਰਹਿੰਦੇ ਹਨ ਕਿ ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ, ਪਰ ਉਹ ਵਿਕਾਸ ਨਹੀਂ ਕਰਦੇ। ਉਹ ਕੇਵਲ ਜਵਾਨਾਂ ਨਾਲ ਹੀ ਗੱਲਬਾਤ ਕਰਨੀ ਜਾਣਦੇ ਹਨ। ਵਿਕਾਸ ਕਰਨ ਵਾਸਤੇ ਜਵਾਨੀ ਦਾ ਭੁਲੇਖਾ ਤਿਆਗਣਾ ਪੈਂਦਾ ਹੈ। ਉਹ ਸਾਰਾ ਜੀਵਨ 18 ਤੋਂ 22 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਕਰਕੇ ਹੋਰ ਉਮਰਾਂ ਦੇ ਬੰਦਿਆਂ ਨਾਲ ਗੱਲਬਾਤ ਨਹੀਂ ਕਰ ਸਕਦੇ। ਉਹ ਹਰ ਕਿਸੇ ਦੀ ਕਲਾਸ ਲਾਉਣ ਲੱਗ ਪੈਂਦੇ ਹਨ। ਜਦੋਂ ਕਿਸੇ ਲੜਕੇ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਹੋਵੇ ਤਾਂ ਹਰੇਕ ਸੋਹਣੀ ਲੜਕੀ ਉਸ ਵਿੱਚੋਂ ਉਸਦੀ ਮਾਂ ਨੂੰ ਦਿਸਣ ਲੱਗ ਪੈਂਦੀ ਹੈ, ਪਰ ਵੱਖ-ਵੱਖ ਕਾਰਨਾਂ ਕਰਕੇ ਗੱਲ ਸਿਰੇ ਨਹੀਂ ਚੜ੍ਹਦੀ। ਲੜਕੇ ਨੂੰ ਤਾਂ ਜਲਦੀ ਹੀ ਸੋਝੀ ਹੋ ਜਾਂਦੀ ਹੈ ਕਿ ਫੈਸਲਾ ਉਸਨੇ ਹੀ ਨਹੀਂ ਕਰਨਾ, ਲੜਕੀ ਨੇ ਵੀ ਕਰਨਾ ਹੁੰਦਾ ਹੈ। ਇਸ ਸੋਝੀ ਨਾਲ ਉਹ ਸੁਪਨਿਆਂ ਦੀ ਪੌੜੀ ਦੇ ਕਈ ਡੰਡੇ ਥੱਲੇ ਉਤਰ ਆਉਂਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਲੜਕਾ ਘੋੜੀ 'ਤੇ ਆਵੇ ਜਾਂ ਹੈਲੀਕਾਪਟਰ 'ਤੇ।
ਆਵੇ। 1 ਮਹੀਨੇ ਮਗਰੋਂ ਸਭ ਭੁੱਲ ਭੁਲਾ ਜਾਂਦਾ ਹੈ ਅਤੇ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਭਾਂਡੇ ਤੋਂ ਕਲੀ ਉਤਰ ਗਈ ਹੋਵੇ। ਸਰਲ ਸਾਦਾ ਵਿਆਹ ਵਧੇਰੇ ਤਸੱਲੀ ਦਿੰਦਾ ਹੈ ਕਿਉਂਕਿ ਦੋਵੇਂ ਜ਼ਮੀਨ ਤੇ ਰਹਿੰਦੇ ਹਨ। ਭੁਲੇਖਿਆਂ ਦੀਆਂ ਸੱਟਾਂ ਨਹੀਂ ਲੱਗਦੀਆਂ ਅਤੇ ਸੁਪਨੇ ਟੁੱਟਣ ਦਾ ਦਰਦ ਨਹੀਂ ਹੁੰਦਾ। ਵੇਸ਼ਵਾ ਦੇ ਚੁਬਾਰੇ ਜਾਣ ਦਾ ਹਰ ਕਿਸੇ ਦਾ ਹੌਸਲਾ ਨਹੀਂ ਪੈਂਦਾ। ਮਜ਼ਬੂਤ ਦਿਲ ਅਤੇ ਤਕੜਾ ਸਰੀਰ ਚਾਹੀਦਾ ਹੁੰਦਾ ਹੈ। ਬੰਦਾ ਸ਼ਿਕਾਰੀ, ਹੁਸ਼ਿਆਰ ਅਤੇ ਤਜਰਬੇਕਾਰ ਹੋਣਾ ਚਾਹੀਦਾ ਹੈ, ਨਹੀਂ ਤਾਂ ਭੇਡ ਵਾਂਗ ਮੁੰਨਿਆ ਜਾਂਦਾ ਹੈ। ਝੰਡ ਕਰਵਾ ਕੇ, ਜੇਬ ਕਟਵਾ ਕੇ ਵਾਪਸ ਮੁੜਦਾ ਹੈ। ਇੱਥੇ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇੱਥੇ ਸ਼ੁੱਧ ਵਪਾਰ ਹੁੰਦਾ ਹੈ। ਇੱਥੇ ਜਾਣ ਵਾਲੇ ਪੇਂਡੂਆਂ ਦੀ ਵੇਖੇ ਜਾਣ ਤੇ ਪਿੰਡ ਵਿੱਚ ਬਦਨਾਮੀ ਹੁੰਦੀ ਹੈ, ਪਰ ਇੱਥੇ ਜਾਣ ਵਾਲੇ ਲਾਲਿਆਂ, ਚੌਧਰੀਆਂ, ਸ਼ਰਾਬੀਆਂ, ਮਰਾਸੀਆਂ ਦੀ ਬਦਨਾਮੀ ਨਹੀਂ ਹੁੰਦੀ, ਕਿਉਂਕਿ ਇਹਨਾਂ ਦੀ ਇੱਜ਼ਤ ਵੀ ਨਹੀਂ ਹੁੰਦੀ। ਭਾਰਤ ਵਿੱਚ ਅਸੀਂ ਸਹੀ ਵਿਹਾਰ ਉਦੋਂ ਹੀ ਕਰਦੇ ਹਾਂ ਜਦੋਂ ਕੋਈ ਵੇਖ ਰਿਹਾ ਹੋਵੇ। ਯੂਰਪ ਵਿੱਚ ਸਹੀ ਵਿਹਾਰ ਕਰਨਾ ਲੋਕਾਂ ਦੀ ਆਦਤ ਹੁੰਦੀ ਹੈ। ਭਾਵੇਂ ਕੋਈ ਵੇਖ ਰਿਹਾ ਹੋਵੇ, ਭਾਵੇਂ ਨਾ, ਸਹੀ ਵਿਹਾਰ ਹੀ ਕੀਤਾ ਜਾਂਦਾ ਹੈ। ਅਸੀਂ ਲਾਲ ਬੱਤੀ ਤੇ ਤਾਂ ਹੀ ਰੁਕਦੇ ਹਾਂ ਜੇ ਟ੍ਰੈਫਿਕ ਪੁਲਿਸ ਵਾਲਾ ਵੇਖ ਰਿਹਾ ਹੋਵੇ। ਯੂਰਪ ਵਿੱਚ ਲਾਲ ਬੱਤੀ ਤੇ ਹਰ ਕੋਈ ਹਰ ਹਾਲਤ ਵਿੱਚ ਰੁਕਦਾ ਹੈ। ਰੁਕਿਆ ਜਾਂਦਾ ਹੈ ਕਿਉਂਕਿ ਉੱਥੇ ਲਾਲ ਬੱਤੀ ਰੁਕਣ ਦਾ ਸੰਕੇਤ ਹੁੰਦੀ ਹੈ। ਅਸੀਂ ਅਮੀਰ ਖੁਸ਼ਹਾਲ ਹੋ ਕੇ ਮਗਰੋਂ ਸਹੀ ਵਿਹਾਰ ਕਰਨ ਬਾਰੇ ਸੋਚਦੇ ਹਾਂ, ਪਰ ਨਹੀਂ ਜਾਣਦੇ ਕਿ ਅਸੀਂ ਸਹੀ ਵਿਹਾਰ ਨਾਲ ਹੀ ਅਮੀਰ ਖੁਸ਼ਹਾਲ ਹੋਵਾਂਗੇ। ਤਕਨਾਲੋਜੀ ਦੇ ਵਿਕਾਸ ਨਾਲ ਪੁਰਾਣੀ ਕਿਸਮ ਦੇ ਘੱਟ ਉਜਰਤ ਵਾਲੇ ਸਰਲ ਰੁਜ਼ਗਾਰ ਅਲੋਪ ਹੋ ਜਾਂਦੇ ਹਨ ਅਤੇ ਵੱਧ ਉਜਰਤ ਵਾਲੇ ਗੁੰਝਲਦਾਰ ਰੁਜ਼ਗਾਰ ਉਪਜਦੇ ਹਨ। ਕੱਪੜਾ ਉਦਯੋਗ ਨੇ ਜੁਲਾਹੇ ਮੁਕਾ ਦਿੱਤੇ ਹਨ। ਮਸ਼ੀਨਾਂ ਨਾਲ ਬਣਨ ਵਾਲੇ ਕੱਪੜਿਆਂ ਦੇ ਉਦਯੋਗ ਨੇ ਦਰਜੀ ਮੁਕਾ ਦੇਣੇ ਹਨ। ਯੂਰਪ ਵਿੱਚ ਮੁਕਾ ਦਿੱਤੇ ਹਨ। ਕੰਪਿਊਟਰ ਨਾਲ ਕਲਰਕ ਮੁੱਕ ਜਾਣਗੇ। ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਧੋਬੀ ਮੁਕਾ ਦਿੱਤੇ ਹਨ। ਮੋਬਾਈਲ ਫੋਨਾਂ ਨੇ ਘੜੀਆਂ, ਕੈਮਰੇ, ਕੈਲਕੂਲੇਟਰ, ਚਿੱਠੀ ਪੱਤਰ, ਪ੍ਰੇਮ ਪੱਤਰ ਪਿੱਛੇ ਛੱਡ ਦਿੱਤੇ ਹਨ। ਵੈਕਿਊਮ ਕਲੀਨਰਾਂ ਨੇ ਜਮਾਂਦਾਰ ਮੁਕਾ ਦੇਣੇ ਹਨ। ਨਵੇਂ ਸੂਟਕੇਸਾਂ ਨੇ ਕੁਲੀਆਂ ਦੀ ਲੋੜ ਮੁਕਾ ਦਿੱਤੀ ਹੈ। ਟੈਂਪੂਆਂ, ਮੋਟਰਸਾਈਕਲਾਂ, ਕਾਰਾਂ, ਵੈਨਾਂ, ਟਰੱਕਾਂ ਆਦਿ ਨੇ ਟਾਂਗੇ, ਠੇਲੇ, ਰਿਕਸ਼ੇ, ਰੇਹੜੇ, ਗੱਡੇ ਮੁਕਾ ਦੇਣੇ ਹਨ। ਉਜਰਤਾਂ ਵਧਣ ਨਾਲ ਅਨਪੜ੍ਹਾਂ ਵਾਲੇ ਕੰਮਾਂ ਨੂੰ ਪੜ੍ਹੇ ਲਿਖੇ ਮਾਹਿਰ ਸੰਭਾਲ ਲੈਂਦੇ ਹਨ, ਜਿਵੇਂ ਧੋਬੀਆਂ ਦੀ ਥਾਂ ਡਰਾਈ ਕਲੀਨਰ, ਮਾਲਸ਼ੀਆਂ ਦੀ ਥਾਂ ਫਿਜ਼ੀਓਥੈਰੇਪਿਸਟ, ਨਾਈਆਂ ਦੀ ਥਾਂ ਸੈਲੂਨ, ਹਕੀਮਾਂ ਦੀ ਥਾਂ ਮਾਹਿਰ ਡਾਕਟਰਾਂ ਅਤੇ ਪ੍ਰਚੂਨ ਪਨਸਾਰੀਆਂ ਦੀ ਥਾਂ ਮਾਲਾਂ ਅਤੇ ਸਟੋਰਾਂ ਵਾਲੇ ਲੈ ਰਹੇ ਹਨ। 20ਵੀਂ ਸਦੀ ਦੇ ਅੰਤਲੇ ਦਹਾਕੇ ਦੇ ਮੱਧ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਮਸਕਟ, ਓਮਾਨ ਗਏ ਸਨ। ਓਮਾਨ ਦਾ ਬਾਦਸ਼ਾਹ ਕਿਸੇ ਨੂੰ ਹਵਾਈ ਅੱਡੇ ਤੇ ਲੈਣ ਜਾਂ ਸਵਾਗਤ ਲਈ ਨਹੀਂ ਜਾਂਦਾ ਸੀ। ਉਹ ਆਪਣੇ ਮਹਿਲ ਵਿੱਚ ਮਹਿਮਾਨ ਦਾ ਸਵਾਗਤ ਕਰਦਾ ਸੀ। ਸ਼ੰਕਰ ਦਿਆਲ ਸ਼ਰਮਾ ਦਾ ਉਹ ਹਵਾਈ ਅੱਡੇ ਤੇ ਸਵਾਗਤ ਕਰਨ ਲਈ ਪਹੁੰਚਿਆ। ਹਵਾਈ ਜਹਾਜ਼ ਦੀਆਂ ਪੌੜੀਆਂ ਕੋਲ ਖਲੋ ਕੇ ਸਵਾਗਤ ਕਰਨ ਦੀ ਥਾਂ ਉਹ ਜਹਾਜ਼ ਦੀਆਂ ਪੌੜੀਆਂ ਚੜ੍ਹ ਕੇ ਰਾਸ਼ਟਰਪਤੀ ਦੀ ਸੀਟ ਤੱਕ ਗਿਆ ਅਤੇ ਉਹਨਾਂ ਨੂੰ ਲੈ ਕੇ ਆਇਆ। ਥੱਲੇ ਪਹੁੰਚ ਕੇ ਉਸਨੇ ਡਰਾਈਵਰ ਨੂੰ ਡਰਾਈਵਰ ਵਾਲੀ ਸੀਟ ਛੱਡਣ ਲਈ ਕਿਹਾ ਅਤੇ ਆਪ ਸ਼ਾਹੀ ਕਾਰ ਚਲਾ ਕੇ ਆਪਣੇ ਮਹਿਲ ਲੈ ਕੇ ਗਿਆ। ਇਹ ਬਾਦਸ਼ਾਹ ਦਾ ਬੜਾ ਅਜੀਬ ਵਿਹਾਰ ਸੀ। ਸਾਰਾ ਦੇਸ਼ ਇਸ ਦੀਆਂ ਗੱਲਾਂ ਕਰ ਰਿਹਾ ਸੀ। ਪੱਤਰਕਾਰਾਂ ਨੇ ਜਦੋਂ ਇਸ ਬਾਰੇ ਜਾਣਨਾ ਚਾਹਿਆ ਤਾਂ ਬਾਦਸ਼ਾਹ ਨੇ ਕਿਹਾ, ਡਾਕਟਰ ਸ਼ੰਕਰ ਦਿਆਲ ਸ਼ਰਮਾ ਦਾ ਸਵਾਗਤ ਮੈਂ ਇੱਕ ਰਾਸ਼ਟਰਪਤੀ ਵਜੋਂ ਮਗਰੋਂ ਕੀਤਾ ਹੈ। ਉਹ ਪੂਨੇ ਵਿੱਚ ਮੇਰੇ ਅਧਿਆਪਕ ਸਨ। ਮੈਂ ਤਾਂ ਆਪਣੇ ਅਧਿਆਪਕ ਦਾ ਸਵਾਗਤ ਕੀਤਾ ਹੈ। ਮੈਂ ਉਵੇਂ ਸਵਾਗਤ ਕੀਤਾ ਹੈ ਜਿਵੇਂ ਇੱਕ ਵਿਦਿਆਰਥੀ ਨੂੰ ਆਪਣੇ ਅਧਿਆਪਕ ਦਾ ਕਰਨਾ ਚਾਹੀਦਾ ਹੈ। ਆਸਟਰੀਆ ਦੇਸ਼ ਵਿਸ਼ਵ ਵਿੱਚ ਹੋਰ ਚੀਜ਼ਾਂ ਦੇ ਨਾਲ ਆਪਣੇ ਸੰਗੀਤ ਕਾਰਨ ਪ੍ਰਸਿੱਧ ਹੈ। ਸੰਗੀਤ ਘਰਾਂ ਵਿੱਚ ਜਾਣਾ ਆਸਟਰੀਅਨ ਲੋਕਾਂ ਦਾ ਸ਼ੌਂਕ ਹੈ। ਆਸਟਰੀਅਨ ਸੰਗੀਤਕਾਰ ਮੋਜ਼ਾਰਟ ਵਿਸ਼ਵ ਦੇ ਪ੍ਰਮੁੱਖ ਸੰਗੀਤਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਹ ਆਪਣੀ ਸੰਗੀਤ ਸ਼ੈਲੀ ਕਾਰਨ ਪ੍ਰਸਿੱਧ ਅਤੇ ਹਰਮਨ ਪਿਆਰਾ ਹੈ। ਇੱਕ ਵਾਰੀ ਉਸਨੇ ਇੱਕ ਹੋਰ ਉਸਤਾਦ ਸੰਗੀਤਕਾਰ ਬੈਂਕ ਨੂੰ ਸੁਣਿਆ, ਜਿਸ ਦੀ ਸ਼ੈਲੀ ਡੂੰਘੀ ਅਤੇ ਵਧੇਰੇ ਸੂਖਮ ਸੀ। ਬੈਂਕ ਨੂੰ ਸੁਣਨ ਉਪਰੰਤ ਮੋਜ਼ਾਰਟ ਨੂੰ ਆਪਣਾ ਆਪ ਸਿਖਾਂਦਰੂ ਪੱਧਰ ਦਾ ਲੱਗਿਆ। ਉਹ ਪਰੇਸ਼ਾਨ ਹੋਇਆ। ਉਸ ਦੀ ਹਉਮੈ ਨੂੰ ਸੱਟ ਵੱਜੀ, ਪਰ ਉਹ ਸੰਭਲ ਗਿਆ। ਉਸਨੇ ਬੈਂਕ ਦੀ ਸੰਗੀਤ ਸ਼ੈਲੀ ਦਾ ਡੂੰਘਾ ਅਧਿਐਨ ਕਰਕੇ ਆਪਣੀ ਸ਼ੈਲੀ ਨੂੰ ਨਿਰੰਤਰ ਕਈ ਸਾਲ ਰਿਆਜ਼ ਨਾਲ ਹੋਰ ਅਮੀਰ
ਹੋਰ ਡੂੰਘੀ, ਹੋਰ ਵਿਸਤ੍ਰਿਤ ਕੀਤਾ, ਜਿਸ ਨਾਲ ਉਸ ਦੀ ਸ਼ੈਲੀ ਹੋਰ ਭਾਵਪੂਰਤ ਹੋ ਗਈ। ਪਹਿਲਾਂ ਉਹ ਆਸਟਰੀਆ ਦਾ ਪ੍ਰਸਿੱਧ ਸੰਗੀਤਕਾਰ ਸੀ, ਹੁਣ ਵਿਸ਼ਵ ਦਾ ਮਹਾਨ ਸੰਗੀਤਕਾਰ ਹੈ। ਕਲਪਨਾ ਵਿਹੂਣੇ ਸਨਕੀ ਅਤੇ ਸੰਦੇਹਵਾਦੀ ਹਰੇਕ ਯਤਨ ਅਤੇ ਉਪਰਾਲੇ ਨੂੰ ਰੱਦ ਕਰ ਦਿੰਦੇ ਹਨ। ਇਹ ਪਤੰਗ ਨਹੀਂ ਉਡਾਉਂਦੇ, ਕਾਟੀਆਂ ਮਾਰਦੇ ਹਨ। ਇਹ ਸ਼ੱਕ ਨੂੰ ਸਿਆਣਪ ਨਾਲੋਂ ਉਚੇਰਾ ਸਥਾਨ ਦਿੰਦੇ ਹਨ। ਕਲਪਨਾ ਕਰਨੀ ਅਤੇ ਸੋਚਣਾ ਮੁਸ਼ਕਿਲ ਹੁੰਦਾ ਹੈ, ਪਰ ਬਿਨਾਂ ਸੋਚੇ ਜਾਣੇ ਸਮਝੇ ਕੁਝ ਰੱਦ ਕਰਨਾ ਸੌਖਾ ਹੁੰਦਾ ਹੈ। ਇਹ ਉਸਾਰਦੇ ਕੁਝ ਨਹੀਂ, ਢਾਉਂਦੇ ਸਭ ਕੁਝ ਹਨ। ਇਹ ਮਾਲ ਰੋਡ 'ਤੇ ਆਉਂਦੇ ਹੀ ਨਹੀਂ, ਭੀੜੀਆਂ ਗਲੀਆਂ ਵਿੱਚੋਂ ਬੱਟੇ ਮਾਰੀ ਜਾਂਦੇ ਹਨ। ਕੇਵਲ ਅੰਕੜਿਆਂ ਜਾਂ ਤੱਥਾਂ ਦਾ ਅਧਿਐਨ ਕਰਨ ਵਾਲੇ ਕਲਪਨਾ ਕਰਨ ਤੋਂ ਇਸ ਲਈ ਡਰਦੇ ਹਨ ਕਿਉਂਕਿ ਉਹ ਕਲਪਨਾ ਨੂੰ ਗੈਰ ਵਿਗਿਆਨਕ ਦੱਸਦੇ ਹਨ, ਜਿਸ ਕਾਰਨ ਉਹ ਕਿਸੇ ਸਮੱਸਿਆ ਦੇ ਸਤਹੀ ਅਤੇ ਸੀਮਤ ਪੱਖ ਹੀ ਵੇਖਦੇ ਹਨ। ਕਲਪਨਾ ਦੀ ਅਣਹੋਂਦ ਕਾਰਨ ਇਹ ਵਿਸ਼ਾਲ ਪੱਖ ਲੁਕੇ ਹੋਏ ਜੋੜ ਤੋੜ ਸੂਖਮ ਵੇਰਵੇ ਨਹੀਂ ਵੇਖ ਸਕਦੇ। ਪਹਿਲਾਂ ਮਨੁੱਖ ਨੇ ਪੰਛੀਆਂ ਨੂੰ ਵੇਖ ਕੇ ਉੱਡਣ ਦੀ ਕਲਪਨਾ ਕੀਤੀ, ਫਿਰ ਉਸਨੇ ਫਿਜ਼ਿਕਸ ਦੇ ਨਿਯਮਾਂ ਦਾ ਅਧਿਐਨ ਕਰਕੇ ਹਵਾਈ ਜਹਾਜ਼ ਨੂੰ ਸੰਭਵ ਬਣਾਇਆ। ਅਦਿੱਖ ਅਨੁਮਾਨ ਲਾਉਣੇ, ਨਵੇਂ ਢੰਗ ਸੋਚਣੇ ਕਲਪਨਾ ਤੋਂ ਬਿਨਾਂ ਸੰਭਵ ਨਹੀਂ ਹੁੰਦੇ। ਕਲਪਨਾ ਮਨੁੱਖੀ ਤਰਕ ਦਾ ਆਧਾਰ ਹੁੰਦੀ ਹੈ। ਪਹਿਲਾਂ ਮਨੁੱਖ ਕਲਪਨਾ ਕਰਦਾ ਹੈ, ਫਿਰ ਉਸਨੂੰ ਢੁਕਵੇਂ ਤਰਕ ਨਾਲ ਯਥਾਰਥ ਬਣਾਉਂਦਾ ਹੈ। ਸਦੀਆਂ ਭਰ ਡਾਕਟਰ ਇਹੀ ਸੋਚਦੇ ਰਹੇ ਕਿ ਰੋਗ ਬਾਹਰੋਂ ਲੱਗਦੇ ਹਨ। ਦਵਾਈਆਂ ਦਾ ਨਿਰਮਾਣ ਵੀ ਇਸੇ ਸਿਧਾਂਤ ਅਧੀਨ ਹੋਇਆ। 20ਵੀਂ ਸਦੀ ਦੇ ਆਰੰਭ ਵਿੱਚ ਡਾਕਟਰ ਹੌਪਕਿੰਸ ਨੇ ਇਹ ਸਿਧਾਂਤ ਉਲਟਾ ਕੇ ਕਿਹਾ ਕਿ ਬਿਮਾਰੀ ਅੰਦਰਲੀ ਕਮਜ਼ੋਰੀ ਅਤੇ ਲੋੜੀਂਦੇ ਤੱਤਾਂ ਦੀ ਗੈਰ ਹਾਜ਼ਰੀ ਕਾਰਨ ਹੁੰਦੀ ਹੈ। ਉਸ ਦੀ ਖੋਜ ਮਸੂੜਿਆਂ ਦੇ ਸੂਜਣ ਸੰਬੰਧੀ ਸੀ। ਉਸਨੇ ਦੱਸਿਆ ਕਿ ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਸੀ। ਵਿਟਾਮਿਨ ਬਾਰੇ ਗਿਆਨ 20ਵੀਂ ਸਦੀ ਵਿੱਚ ਉਪਜਿਆ, ਜਿਸ ਕਾਰਨ ਸਿਹਤ ਸੰਬੰਧੀ ਸਮੁੱਚਾ ਦ੍ਰਿਸ਼ਟੀਕੋਣ ਹੀ ਬਦਲ ਗਿਆ। ਜਦੋਂ ਮੋਨਾਲੀਜ਼ਾ ਦਾ ਨਿਰਮਾਤਾ ਲਿਓਨਾਰਦੋ ਦਾ ਵਿੰਚੀ ਚਿੱਤਰਕਾਰੀ ਦੀ ਆਪਣੀ ਨਿਵੇਕਲੀ ਸ਼ੈਲੀ ਦਾ ਨਿਰਮਾਣ ਕਰ ਰਿਹਾ ਸੀ ਤਾਂ ਉਸਨੇ ਕਈ ਮਹੀਨੇ ਰੋਸ਼ਨੀ ਦਾ ਅਧਿਐਨ ਕੀਤਾ। ਉਸਨੇ ਅਧਿਐਨ ਕੀਤਾ ਕਿ ਰੋਸ਼ਨਦਾਨ ਵਿੱਚੋਂ, ਚਿੱਥ ਵਿੱਚੋਂ, ਉੱਪਰੋਂ, ਪਾਸਿਓਂ, ਸਾਹਮਣਿਓਂ, ਸਵੇਰੇ, ਸ਼ਾਮ, ਬੱਦਲਵਾਈ ਆਦਿ ਵੇਲੇ ਰੋਸ਼ਨੀ ਕਿਵੇਂ ਕਿਸੇ ਚਿੱਤਰ ਉੱਤੇ ਪ੍ਰਭਾਵ ਪਾਉਂਦੀ ਹੈ। ਉਸਨੇ ਵੱਖ-ਵੱਖ ਕੋਣਾਂ ਤੋਂ ਰੋਸ਼ਨੀ ਦੀ ਪ੍ਰਭਾਵਿਤ ਕਰਨ ਦੀ ਯੋਗਤਾ ਪਰਖੀ। ਉਸਨੇ ਰੋਸ਼ਨੀ ਨਾਲ ਜਿਓਮੈਟਰੀ ਦਾ ਅਧਿਐਨ ਕੀਤਾ ਕਿ ਰੋਸ਼ਨੀ ਨਾਲ ਵੱਖ-ਵੱਖ ਆਕਾਰ ਕਿਵੇਂ ਬਦਲਦੇ ਹਨ ਅਤੇ ਬਦਲੇ ਹੋਏ ਨਜ਼ਰ ਆਉਂਦੇ ਹਨ। ਉਸਨੇ ਕਈ ਮਹੀਨੇ ਪਰਛਾਵਿਆਂ ਦਾ ਅਧਿਐਨ ਕੀਤਾ। ਰੋਸ਼ਨੀ ਕਾਰਨ ਮਨੁੱਖੀ ਚਿਹਰੇ 'ਤੇ ਉੱਭਰਨ ਵਾਲੇ ਵਿਭਿੰਨ ਭਾਵਾਂ ਦਾ ਵੀ ਡੂੰਘਾ ਵਿਸ਼ਲੇਸ਼ਣ ਕੀਤਾ। ਕੋਈ ਐਵੇਂ ਹੀ ਵਿਸ਼ਵ ਪੱਧਰ ਦਾ ਕਲਾਕਾਰ ਨਹੀਂ ਬਣ ਜਾਂਦਾ। ਹਰੇਕ ਕਲਾ 'ਚ ਅਨੇਕਾਂ ਪੱਖ ਹੁੰਦੇ ਹਨ, ਜਿਨ੍ਹਾਂ ਨੂੰ ਲੰਮੇ ਅਧਿਐਨ ਅਤੇ ਅਨੁਭਵ ਵਾਲੇ ਹੀ ਸਮਝ ਸਕਦੇ ਹਨ। ਜਦੋਂ ਅਸੀਂ ਲਿਓਨਾਰਦੋ ਦੀ ਕਿਸੇ ਕਲਾਕ੍ਰਿਤ ਨੂੰ ਵੇਖਦੇ ਹਾਂ ਤਾਂ ਇਹ ਅਧਿਐਨ ਪ੍ਰਤੱਖ ਰੂਪ ਵਿੱਚ ਤਾਂ ਵਿਖਾਈ ਨਹੀਂ ਦਿੰਦੇ, ਪਰ ਇਹਨਾਂ ਕਾਰਨ ਹੀ ਉਸ ਦੇ ਚਿੱਤਰ ਸੰਜੀਵ ਪ੍ਰਤੀਤ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਬਾਬਰ ਦਾ ਪੁੱਤਰ ਬਿਮਾਰੀ ਕਾਰਨ ਮਰਨ ਕਿਨਾਰੇ ਸੀ ਤਾਂ ਬਾਬਰ ਨੇ ਉਸਦੇ ਮੰਜੇ ਦੁਆਲੇ ਚੱਕਰ ਕੱਟਦਿਆਂ ਅਰਦਾਸ ਕੀਤੀ, ਯਾ ਅੱਲਾ, ਮੇਰੇ ਪੁੱਤਰ ਨੂੰ ਠੀਕ ਕਰ ਦੇ ਅਤੇ ਇਸ ਦਾ ਰੋਗ ਮੈਨੂੰ ਦੇ ਦੇ। ਕਹਿੰਦੇ ਹਨ ਹਮਾਜੂ ਬਚ ਗਿਆ ਸੀ। ਇਹੋ ਜਿਹੀ ਅਰਦਾਸ ਹਰ ਬਜ਼ੁਰਗ ਬਾਪ ਕਰਦਾ ਹੈ, ਪਰ ਇਹ ਅਰਦਾਸ ਕਹਾਣੀ ਤਾਂ ਬਣੀ ਕਿਉਂਕਿ ਇਹ ਅਰਦਾਸ ਇੱਕ ਬਾਦਸ਼ਾਹ ਨੇ ਕੀਤੀ ਸੀ। ਇਵੇਂ ਪ੍ਰਸਿੱਧ ਲੋਕਾਂ ਦੀਆਂ ਸਧਾਰਨ ਗੱਲਾਂ ਵੀ ਬਚਿੱਤਰ ਕਹਾਣੀਆਂ ਬਣ ਜਾਂਦੀਆਂ ਹਨ। ਜੇ ਬਹੁਤ ਉਦਾਰ ਹੋ ਕੇ ਕੋਈ ਸਹੂਲਤ ਦਿਓਗੇ, ਉਸ ਦੀ ਵਰਤੋਂ ਨਾਲੋਂ ਦੁਰਵਰਤੋਂ ਵਧੇਰੇ ਹੋਵੇਗੀ। ਇੱਕ ਭਾਰਤੀ ਮੁਸਲਮਾਨ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਚੈਕੋਸਲੋਵਾਕੀਆ ਗਿਆ। ਉੱਥੋਂ ਦੀ ਸਰਕਾਰ ਨੇ ਉਸਨੂੰ ਇੱਕ ਦੁਭਾਸ਼ੀਏ ਦਾ ਕੰਮ ਕਰਨ ਲਈ ਇੱਕ ਲੜਕੀ ਦੀਆਂ ਸੇਵਾਵਾਂ ਦਿੱਤੀਆਂ। ਕਲਾਕਾਰ ਨਾਲ ਘੁੰਮਦਿਆਂ ਉਹ ਲੜਕੀ ਹੁਸੈਨ ਨੂੰ ਔਰਤ ਲੱਗਣ ਲੱਗ ਪਈ। ਹੁਸੈਨ ਮੁਸਲਮਾਨ ਸੀ, ਵਿਆਹਿਆ ਹੋਇਆ ਸੀ, ਬੱਚੇ ਸਨ। ਉਸਨੇ ਉਸਨੂੰ ਵਿਆਹ ਦੀ ਪੇਸ਼ਕਸ਼ ਕੀਤੀ। ਲੜਕੀ ਈਸਾਈ ਸੀ, ਫਿਰ ਵੀ ਮੰਨ ਗਈ। ਈਸਾਈ ਧਰਮ ਵਿੱਚ ਇੱਕ ਤੋਂ ਵਧੇਰੇ ਪਤੀ ਪਤਨੀ ਦੀ ਮਨਾਹੀ ਹੈ। ਹੁਸੈਨ ਭਾਰਤ ਆਇਆ, ਪਤਨੀ ਨੂੰ ਤਲਾਕ ਦਿੱਤਾ। ਤਲਾਕਨਾਮਾ ਲੈ ਕੇ ਚੈਕੋਸਲੋਵਾਕੀਆ ਗਿਆ। ਉੱਥੋਂ ਦੀ ਸਰਕਾਰ ਨੂੰ ਉਸ ਈਸਾਈ ਲੜਕੀ ਦੇ ਮੁਸਲਮਾਨ ਪੁਰਸ਼ ਨਾਲ ਘੁੰਮਦੇ ਹੋਣ 'ਤੇ ਸ਼ੱਕ ਪਿਆ। ਲੜਕੀ ਨੂੰ ਪਤਾ ਲੱਗਾ ਕਿ ਨਾ ਉਹ ਚਰਚ ਵਿੱਚ ਅਤੇ ਨਾ ਹੀ ਮਸਜਿਦ ਵਿੱਚ, ਨਾ ਹੀ ਅਦਾਲਤ ਵਿੱਚ ਵਿਆਹ ਕਰਵਾ ਸਕਦੇ ਸਨ।
ਹੁਸੈਨ ਨੇ ਆਪਣੀ ਪਤਨੀ ਨਾਲ ਲਿਆ ਤਲਾਕਨਾਮਾ ਉੱਥੇ ਹੀ ਪਾੜ ਦਿੱਤਾ। ਵਾਪਸ ਆਇਆ ਅਤੇ ਪਹਿਲੀ ਪਤਨੀ ਤੋਂ ਤਲਾਕ ਦੇ ਤਮਾਸ਼ੇ ਦੀ ਮੁਆਫੀ ਮੰਗੀ ਅਤੇ ਪਤਨੀ ਨਾਲ ਮੁੜ ਨਿਕਾਹ ਕਰ ਲਿਆ। ਉਹ ਚੰਗੀ ਕਮਾਈ ਕਰਦਾ ਸੀ, ਪਰ ਰਹਿੰਦਾ ਨੰਗੇ ਪੈਰ ਸੀ ਅਤੇ ਜਾਣ-ਬੁੱਝ ਕੇ ਤੰਗ ਜਿਹੀ ਬਰਸਾਤੀ ਵਿੱਚ ਰਹਿੰਦਾ ਸੀ। ਅਸਲੀ ਕਲਾਕਾਰ ਪਖੰਡ ਨਹੀਂ ਕਰਦਾ। ਜਿਹੜਾ ਪਖੰਡ ਕਰਦਾ ਹੈ ਉਹ ਕਲਾਕਾਰ ਹੁੰਦਾ ਹੀ ਨਹੀਂ। ਭਾਰਤ ਵਿੱਚ ਹੁਸੈਨ ਨੂੰ ਅਕਸਰ ਪਖੰਡੀ ਕਲਾਕਾਰ ਵਜੋਂ ਹੀ ਜਾਣਿਆ ਜਾਂਦਾ ਹੈ। ਸਪੇਨ ਦੀ ਜੇਲ੍ਹ ਵਿੱਚ ਇੱਕ ਹੋਰ ਜੇਲ੍ਹ ਹੁੰਦੀ ਸੀ, ਖੂਹ ਵਰਗੀ, ਬਹੁਤ ਡੂੰਘੀ, ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਸੀ ਪਹੁੰਚ ਸਕਦੀ। ਇਸ ਡੂੰਘੀ ਜੇਲ੍ਹ ਵਿੱਚ ਬਾਦਸ਼ਾਹ ਵਿਰੁੱਧ ਬਗਾਵਤ ਕਰਨ ਵਾਲੇ ਰੱਖੇ ਜਾਂਦੇ ਸਨ। ਰੋਸ਼ਨੀ ਨਾ ਪਹੁੰਚਣ ਕਰਕੇ ਕੈਦੀਆਂ ਦੀ ਸਮੇਂ ਅਤੇ ਦਿਨ ਰਾਤ ਦੀ ਸੋਝੀ ਲੋਪ ਹੋ ਜਾਂਦੀ ਸੀ ਅਤੇ ਥੋੜ੍ਹੇ ਜਿਹੇ ਅਰਸੇ ਵਿੱਚ ਉਹ ਮਰ ਜਾਂਦੇ ਸਨ। ਕੇਵਲ ਇੱਕ ਕੈਦੀ ਕਿਸੇ ਤਰ੍ਹਾਂ ਨਿਕਲ ਗਿਆ, ਜਿਸ ਨੇ ਸਪੇਨ ਵਾਸੀਆਂ ਨੂੰ ਇਸ ਜੇਲ੍ਹ ਬਾਰੇ ਦੱਸਿਆ ਅਤੇ ਇਸ ਨੂੰ ਬੰਦ ਕਰਵਾਇਆ। ਕਿਹੜਾ ਵਧੇਰੇ ਬਦਕਿਸਮਤ ਹੁੰਦਾ ਹੈ, ਅੰਨਾ ਕਿ ਗੂੰਗਾ ਬੋਲਾ? ਬਹੁਤੇ ਲੋਕ ਸਮਝਦੇ ਹਨ ਕਿ ਅੰਨਾ ਹੋਣਾ ਵਡੇਰੀ ਬਦਕਿਸਮਤੀ ਹੁੰਦੀ ਹੈ। ਅੰਨੇ ਵਿਅਕਤੀ ਕੋਲ ਸੰਸਾਰ ਨੂੰ ਵੇਖਣ ਵਾਲੀ ਦ੍ਰਿਸ਼ਟੀ ਨਹੀਂ ਹੁੰਦੀ, ਪਰ ਉਸ ਕੋਲ ਇੱਕ ਨਵੀਂ ਆਪਣੀ ਕਿਸਮ ਦਾ ਸੰਸਾਰ ਸਿਰਜਣ ਵਾਲੀ ਕਲਪਨਾ ਹੁੰਦੀ ਹੈ। ਵਕਤ ਪਾ ਕੇ ਅੰਨਾ ਅਤੇ ਗੂੰਗਾ ਬੋਲਾ ਦੋਵੇਂ ਸੰਸਾਰ ਨਾਲ ਤਾਲਮੇਲ ਉਸਾਰ ਲੈਂਦੇ ਹਨ। ਪ੍ਰਸਿੱਧ ਲੇਖਕ ਵੇਦ ਮਹਿਤਾ ਅੰਨਾ ਸੀ ਅਤੇ ਪ੍ਰਸਿੱਧ ਚਿੱਤਰਕਾਰ ਸਤੀਸ਼ ਗੁਜਰਾਲ, ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਭਰਾ ਸੀ, ਬੋਲਾ ਸੀ। ਇੱਕ ਸੋਹਣੀ ਸਿਆਣੀ ਇਸਤਰੀ ਨੇ ਸਤੀਸ਼ ਗੁਜਰਾਲ ਨਾਲ ਵਿਆਹ ਕਰਵਾ ਲਿਆ ਸੀ। ਇੱਕ ਵਾਰੀ ਸਤੀਸ਼ ਗੁਜਰਾਲ ਨੇ ਆਪਣੀ ਪਤਨੀ ਕਿਰਨ ਨੂੰ ਪੁੱਛਿਆ ਕਿ ਉਹ ਦੱਸੇ ਕਿ ਅੰਨਾਪਣ ਵੱਡੀ ਬਦਕਿਸਮਤੀ ਸੀ ਕਿ ਬੋਲਾਪਨ। ਕਿਰਨ ਅਤੇ ਸਤੀਸ਼ ਦੋਵੇਂ ਕੰਧ 'ਤੇ ਲੱਗੀ ਆਪਣੀ ਫੋਟੋ ਸਾਹਮਣੇ ਖਲੋਤੇ ਸਨ। ਉੱਤਰ ਦੇਣ ਲਈ ਕਿਰਨ ਨੇ ਸਤੀਸ਼ ਦੀਆਂ ਅੱਖਾਂ 'ਤੇ ਹੱਥ ਰੱਖ ਕੇ ਕਿਹਾ, ਜੇ ਤੁਹਾਡੀ ਨਜ਼ਰ ਨਾ ਹੁੰਦੀ ਤਾਂ ਮੈਨੂੰ ਕਿਵੇਂ ਵੇਖਦੇ? ਉਹ ਗਾ ਵੀ ਸਕਦੀ ਸੀ ਅਤੇ ਉਸ ਨੂੰ ਦੁੱਖ ਸੀ ਕਿ ਸਤੀਸ਼ ਉਸ ਦਾ ਗਾਣਾ ਨਹੀਂ ਸੀ ਸੁਣ ਸਕਦਾ, ਪਰ ਉਸਨੇ ਕਿਹਾ ਕਿ ਉਸ ਲਈ ਸਤੀਸ਼ ਦੀ ਨੇਤਰਹੀਨਤਾ ਵਡੇਰੀ ਬਦਕਿਸਮਤੀ ਹੋਣੀ ਸੀ। ਮਨੁੱਖ ਮੁੱਖ ਰੂਪ ਵਿੱਚ ਲਕੀਰ ਦਾ ਫਕੀਰ ਹੈ। ਸਥਾਪਤ ਪਰੰਪਰਾ ਨੂੰ ਪਾਲ ਕੇ ਖੁਸ਼ ਹੁੰਦਾ ਹੈ, ਦੁਹਰਾਏ ਨੂੰ ਦੁਹਰਾ ਕੇ ਪ੍ਰਸੰਨ ਹੁੰਦਾ ਹੈ। ਸਕੂਲ ਵਿੱਚ ਜਦੋਂ ਕੋਈ ਵਿਦਿਆਰਥੀ ਕਿਸੇ ਨਵੇਂ ਲੱਛਣ ਜਾਂ ਪ੍ਰਵਿਰਤੀ ਦਾ ਪ੍ਰਗਟਾਵਾ ਕਰਦਾ ਹੈ ਤਾਂ ਉਸ ਦੇ ਜਮਾਤੀ ਹੀ ਨਹੀਂ, ਉਸ ਦੇ ਅਧਿਆਪਕ ਅਤੇ ਮਾਪੇ ਵੀ ਉਸ ਨੂੰ ਹੋਰਾਂ ਵਾਂਗ ਹੀ ਪਈ ਲੀਹ 'ਤੇ ਚੱਲਣ ਲਈ ਮਜਬੂਰ ਕਰਦੇ ਹਨ। ਜੇ ਕੋਈ ਵਿਦਿਆਰਥੀ ਚਿੱਤਰਕਾਰ ਜਾਂ ਸੰਗੀਤਕਾਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਡਾਕਟਰ ਜਾਂ ਇੰਜੀਨੀਅਰ ਬਣਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਰਤਾਰੇ ਕਾਰਨ ਹੋਣਹਾਰ ਵਿਦਿਆਰਥੀਆਂ ਦੇ ਗੁਣ ਰੁਲ ਜਾਂਦੇ ਹਨ। ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਣ ਨੂੰ ਔਗੁਣ ਵਾਂਗ ਵੇਖਿਆ ਜਾਂਦਾ ਹੈ। ਇੱਕ ਬੱਚੇ ਦੀ ਦਿਲਚਸਪੀ ਚਿੱਤਰਕਾਰੀ ਵਿੱਚ ਸੀ, ਪਰ ਮਾਪੇ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ। ਇੱਕ ਸਲਾਹਕਾਰ ਨੇ ਉਹਨਾਂ ਨੂੰ ਦੱਸਿਆ ਕਿ ਇਸ ਨੂੰ ਚਿੱਤਰਕਾਰ ਬਣਨ ਦਿਓ। 40 ਸਾਲ ਦੀ ਉਮਰ ਵਿੱਚ ਇਸ ਦੀ ਚਿੱਤਰਕਾਰ ਵਜੋਂ ਅਤੇ ਇਸ ਦੇ ਕਿਸੇ ਜਮਾਤੀ ਦੀ ਡਾਕਟਰ ਵਜੋਂ ਪ੍ਰਾਪਤੀ ਦੀ ਤੁਸੀਂ ਜਦੋਂ ਤੁਲਨਾ ਕਰੋਗੇ ਤਾਂ ਚਿੱਤਰਕਾਰ ਦੀ ਪ੍ਰਾਪਤੀ ਵਧੇਰੇ ਮਹੱਤਵਪੂਰਨ ਹੋਵੇਗੀ। ਅਸੀਂ ਜੋਖਮ ਨੂੰ ਪਸੰਦ ਨਹੀਂ ਕਰਦੇ, ਜਿਸ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਪ੍ਰਯੋਗ ਵੀ ਨਹੀਂ ਕਰਨ ਦਿੰਦੇ। ਬੱਚਿਆਂ ਵਿੱਚ ਵਿਗਿਆਨੀ, ਕਲਾਕਾਰ ਬਣਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ, ਪਰ ਉਹ ਕਲਰਕ ਬਣ ਕੇ ਰਹਿ ਜਾਂਦੇ ਹਨ। ਇਹ ਪ੍ਰਵਿਰਤੀ ਸਾਡੇ ਸਮਾਜ ਅਤੇ ਅਰਥਚਾਰੇ ਦੇ ਸਾਰੇ ਖੇਤਰਾਂ ਵਿੱਚ ਭਾਰੂ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।